प्यारे विद्यार्थियों, ਅੱਜ ਅਸੀਂ ਨਵਾਂ ਕੋਰਸ ਸ਼ੁਰੂ ਕਰਾਂਗੇ ਆਪਰੇਟਿੰਗ ਸਿਸਟਮ ਦਾ। ਇਹ ਤੁਹਾਡਾ BSc ਡੇਟਾ ਸਾਇੰਸ ਦਾ ਇੱਕ ਕੋਰਸ ਹੈ। ਆਪਰੇਟਿੰਗ ਸਿਸਟਮ ਦੀ ਜਾਣਕਾਰੀ ਤੋਂ ਸ਼ੁਰੂ ਕਰਦੇ ਹਾਂ ਵੀ ਆਪਰੇਟਿੰਗ ਸਿਸਟਮ ਬੇਸਿਕਲੀ ਹੈ ਕੀ ਚੀਜ਼। ਜਿਹਨਾਂ ਬੱਚਿਆਂ ਨੇ ਮੋਸਟਲੀ ਤੁਸੀਂ ਸਾਰਿਆਂ ਨੇ ਕੰਪਿਊਟਰ ਪੜ੍ਹਿਆ ਹੋਇਆ and you will be very well aware of what is operating system, क्योंकि जैसे schools level ते भी अजे असी बच्चे काम कर रहे हैं। even ਜਿਹੜੇ ਬੱਚੇ ਸਕੂਲਾਂ 'ਚ ਪੜ੍ਹ ਕੇ ਆਏ ਹੋਣਗੇ ਉਹਨਾਂ ਨੂੰ ਵਿੰਡੋਜ਼ ਨਾਲ ਬਹੁਤ ਭਲੀ ਭਾਂਤੀ ਜਾਣਕਾਰੀ ਤਾਂ ਹੋਏਗੀ ਸਾਰਿਆਂ ਨੂੰ। ਐਂਡਰੋਇਡ ਸਾਰੇ ਜਾਣਦੇ ਹੋਣਗੇ, iOS ਸਾਰੇ ਜਾਣਦੇ ਹੋਗੇ। ਇਹ ਸਾਰੇ ਆਪਰੇਟਿੰਗ ਸਿਸਟਮ ਹੈ। ਹਾਲਾਂਕਿ ਹੋ ਸਕਦਾ ਹੈ ਵੀ ਤੁਸੀਂ ਉਸਦੀ ਡਿਟੇਲ ਅਸੀਂ ਕਦੀ ਨਾ ਗਏ ਹੋ। ਇਸ ਸਬਜੈਕਟ ਦੇ ਵਿੱਚ ਅਸੀਂ ਆਪਰੇਟਿੰਗ ਸਿਸਟਮ ਦੀ ਡਿਟੇਲ ਆਪਰੇਟਿੰਗ ਬਾਰੇ ਸੁਣਾਂਗੇ, ਪੜਾਂਗੇ ਵੀ ਹੁੰਦਾ ਕੀ ਹੈ, ਕੁਝ ਐਗਜ਼ਾਮਪਲਸ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਚਲੋ ਆਪਾਂ ਆਪਰੇਟਿੰਗ ਸਿਸਟਮ ਦੇ ਬਾਰੇ ਜਾਣਦੇ ਵੀ ਹੈ ਕੀ। ਕੰਪਿਊਟਰ ਸਿਸਟਮ ਜਿਹੜਾ ਹੈ ਇਹ ਦੋ ਚੀਜ਼ਾਂ ਦਾ ਕੰਬੀਨੇਸ਼ਨ ਹੈ। ਦੈਟ ਮੀਨਸ ਦ ਕੰਪਿਊਟਰ ਸਿਸਟਮ ਇਜ਼ ਅ ਕੰਬੀਨੇਸ਼ਨ ਆਫ ਟੂ ਥਿੰਗਸ, ਅ ਹਾਰਡਵੇਅਰ ਐਂਡ ਅ ਸੌਫਟਵੇਅਰ। ਠੀਕ, ਇਫ ਆਈ ਸੇ ਇਨ ਦ ਟਰਮਸ ਆਫ ਅ ਲੇਮੈਨ, ਜੇ ਮੈਂ ਆਮ ਬੰਦੇ ਦੀ ਗੱਲ ਕਰਾਂ ਵੀ ਉਹ ਚੀਜ਼ਾਂ ਜਿਹਨਾਂ ਨੂੰ ਤੁਸੀਂ ਛੂ ਸਕਦੇ ਹੋ, ਇੱਕ ਬਹੁਤ ਆਮ ਜੀ ਭਾਸ਼ਾ ਦੀ ਡੈਫੀਨੇਸ਼ਨ ਹੈ। ਜਦੋਂ ਛੂਇਆ ਜਾ ਸਕਦਾ ਦੈਟ ਇਜ਼ ਅ ਹਾਰਡਵੇਅਰ, ਤੇ ਜੋ ਛੂਇਆ ਨਹੀਂ ਜਾ ਸਕਦਾ, ਦੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ, ਉਹਨੂੰ ਅਸੀਂ ਸੌਫਟਵੇਅਰ ਦੀ ਭਾਸ਼ਾ 'ਚ ਕਹਿ ਸਕਦੇ ਸੌਫਟਵੇਅਰ। ਫੋਰ ਐਗਜ਼ਾਮਪਲ, ਤੁਸੀਂ ਆਪਣਾ ਮੋਬਾਈਲ ਫੋਨ ਟੱਚ ਕਰ ਸਕਦੇ ਹੋ, ਦੈਟ ਇਜ਼ ਯੋਰ ਹਾਰਡਵੇਅਰ। ਹੁਣ ਜਿਹੜੀ ਉਸ ਵਿੱਚ ਜਿਹੜੀ ਫੋਟੋ ਹੈ, ਤੁਸੀਂ ਕੋਈ ਐਲਬਮ, ਕੋਈ ਆਪਣੀ ਫੋਟੋਗ੍ਰਾਫ ਕੁਛ ਲਿਖ ਲਈ, ਪਰ ਤੁਸੀਂ ਬੰਦੇ ਨੂੰ ਨਾ ਟੱਚ ਕਰ ਸਕਦੇ ਹੋ। ਜਿਹੜੇ ਉਸ ਵਿੱਚ ਤੁਹਾਡੀ ਆਪਣੀ ਫੋਟੋ ਤੁਸੀਂ ਦੇਖ ਰਹੇ ਹੋ, ਤੁਸੀਂ ਆਪਣੇ ਆਪ ਨੂੰ ਟੱਚ ਨਹੀਂ ਕਰਦੇ। ਜੇ ਕਰੋਗੇ ਵੀ, ਯੂ ਵਿਲ ਟੱਚ ਇਟ ਔਨ ਦੀ ਸਕਰੀਨ ਆਫ ਦ ਕੰਪਿਊਟਰ ਔਰ ਮੋਬਾਈਲ। ਦੈਟ ਮੀਨਸ ਉਹ ਚੀਜ਼ਾਂ ਜੋ ਟੱਚ ਨਹੀਂ ਕਰ ਸਕਦੇ, ਇਹ ਪਰਫੈਕਟ ਐਗਜ਼ਾਮਪਲ ਨਹੀਂ ਹੈ, ਬਹੁਤ ਹੀ ਕਰੂਡ ਫਾਰਮ ਦੀ ਮੈਂ ਐਗਜ਼ਾਮਪਲ ਦੇ ਰਿਹਾ। ਉਹ ਇੱਕ ਸੌਫਟਵੇਅਰ ਹੈ। ਯਾਨੀ ਕਿ ਜੋ ਕੰਪਿਊਟਰ ਦੇ ਭਾਸ਼ਾ ਜਿਵੇਂ ਗੱਲ ਕਰਾਂ, whatsoever running inside your system, ਤੁਹਾਡੇ ਕੰਪਿਊਟਰ ਸਿਸਟਮ, ਤੁਹਾਡੇ ਮੋਬਾਈਲ ਦੇ ਬਾਹਰਲੇ ਹਾਰਡਵੇਅਰ ਦੇ ਅੰਦਰ, anything that is running inside your hardware is a software. ਠੀਕ, now software can be classified into two further categories, the application and the system software. Application software means a software that is developed to assist the user, and system software is to assist the computer or say mobile. मैं example ਤੁਹਾਨੂੰ ਛੋਟੀ ਜਿਹੀ example ਦਿੰਦਾ। you are using your phone, है ना। ਅਸੀਂ ਕਹਿੰਦੇ ਵੀ ਮੇਰੇ ਕੋਲ ਜੀ ਇਹ ਵਾਲਾ ABC ਕੰਪਨੀ ਦਾ ਫੋਨ ਹੈ ਨਾ। ਹੁਣ ਇਸ ਦੇ ਵਿੱਚ ਕੀ ਹੈ, ਇਸ ਦੇ ਵਿੱਚ ਐਂਡਰੋਇਡ ਆਪਰੇਟਿੰਗ ਸਿਸਟਮ ਹੈ, ਜਾਂ ਇਸ ਵਿੱਚ ਅਸੀਂ ਕਹਿੰਦੇ ਵੀ iOS ਆਪਰੇਟਿੰਗ ਸਿਸਟਮ ਹੈ। Now what this means? This means ਜੇ ਉਹ ਸੌਫਟਵੇਅਰ ਨਾ ਹੋਵੇ, ਤੁਹਾਡਾ ਮੋਬਾਈਲ ਨਹੀਂ ਚੱਲੇਗਾ। ਅਸੀਂ ਕਹਿੰਦੇ ਉਹ ਮੋਬਾਈਲ ਚੱਲ ਨਹੀਂ ਰਿਹਾ, ਕੀ ਹੋ ਗਿਆ, ਸੌਫਟਵੇਅਰ ਕ੍ਰੈਸ਼ ਕਰ ਗਿਆ। ਫਾਈਨ। ਸੋ ਉਹ ਸੌਫਟਵੇਅਰ ਜਿਸ ਤੋਂ ਬਿਨਾਂ ਮਸ਼ੀਨ ਚੱਲਣੀ ਅਸੰਭਵ ਹੋ ਸਕਦੀ ਹੈ ਜਾਂ ਕੰਮਾਂ ਵਿੱਚ ਰੁਕਾਵਟ ਪੈ ਸਕਦੀ ਹੈ, ਦੈਟ ਇਜ਼ ਕਾਲਡ ਸਿਸਟਮ ਸੌਫਟਵੇਅਰ। ਦੀ ਪਰਫੈਕਟ ਐਗਜ਼ਾਮਪਲ ਹੈ, ਬੇਸਿਕ ਐਗਜ਼ਾਮਪਲ ਜੋ ਸਾਰੇ ਬੰਦੇ ਸਮਝਦੇ ਹੈ, ਜੋ ਸਾਰੇ ਜਾਣਦੇ, ਦੈਟ ਇਜ਼ ਆਪਰੇਟਿੰਗ ਸਿਸਟਮ। ਹੋਰ ਵੀ ਕਈ ਤਰ੍ਹਾਂ ਦੇ ਹੈ, ਬਟ ਫॉर द टाइमिंग ਅਸੀਂ ਆਪਰੇਟਿੰਗ ਸਿਸਟਮ ਦੀ ਐਗਜ਼ਾਮਪਲ ਲੈਂਦੇ ਹਾਂ। ਇਨ ਲੇਟਰ ਔਨ ਵੀ ਵਿਲ ਡਿਸਕਸ more about the system software. Now the second is the application software. Application software means the software those are being developed or those are being used to assist the user. For example, ਉਸਦੀ ਵੀ ਲੈ ਲੈਂਦੇ। ਤੁਹਾਡਾ ਕੰਪਿਊਟਰ ਸਿਸਟਮ ਹੈ, ਠੀਕ, ਤੁਸੀਂ ਕੁਝ ਟਾਈਪ ਕਰਨਾ, ਟਾਈਪ ਕਰਨ ਲਈ ਤੁਸੀਂ ਕਹਿੰਦੇ ਯਾਰ ਵਰਡ ਚਾਹੀਦਾ, ਪਰ ਜੇ ਵਿੰਡੋਜ਼ ਆਪਰੇਟਿੰਗ ਸਿਸਟਮ ਸੀ ਕਹੋਗੇ MS ਵਰਡ ਚਾਹੀਦਾ, ਵਰਡ ਦੇ ਵਿੱਚ ਟਾਈਪ ਕਰਾਂਗੇ। ਜੇ ਵਰਡ ਨਹੀਂ ਹੈ ਫਿਰ ਇਸਦਾ ਮਤਲਬ ਇਹ ਤੁਸੀਂ ਟਾਈਪ ਨਹੀਂ ਕਰ ਸਕਦੇ। You have other softwares available with your system. WordPad ਹੋ ਸਕਦਾ ਹੈ, Notepad ਹੋ ਸਕਦਾ, that can be used for typing. That means MS Office ਜੋ ਅਸੀਂ ਕਹਿੰਦੇ MS Word ਕਹਿੰਦੇ, that is not a system software, that is a application software. ਕਿਉਂ? ਕਿਉਂਕਿ ਜੋ ਨਹੀਂ ਵੀ ਹੋਏਗਾ ਤਾਂ ਸਿਸਟਮ ਨਹੀਂ ਬੰਦ ਹੋ ਜਾਏਗਾ, ਤੁਹਾਡਾ ਕੰਮ ਨਹੀਂ ਰੁਕ ਜਾਏਗਾ। You have other options to do so. Fine. Now operating system is a system software that act as a interface between the user of a computer and the hardware. Operating system ਉਹ operating system ਹੈ ਜੋ ਇੱਕ ਮਸ਼ੀਨ ਤੇ ਇੱਕ ਬੰਦੇ, ਇੱਕ ਮਸ਼ੀਨ ਤੇ ਇੱਕ ਆਦਮੀ, ਇੱਕ ਮਸ਼ੀਨ ਤੇ ਇੱਕ ਯੂਜ਼ਰ ਦੇ ਵਿੱਚ ਇੰਟਰਫੇਸ ਹੈ, ਜੋ ਦੋਵਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ। ਫਾਈਨ।
that is a operating system. Now, what are the different goals of the operating system? Number one, let's say user programs ਨੂੰ execute ਕਰਨਾ ਤੇ users ਦੀਆਂ ਉਹਨਾਂ ਪ੍ਰੋਬਲਮ ਉਹਨਾਂ ਨੂੰ easier ਸੌਖਾ ਬਣਾਉਣਾ। यूजर प्रोग्राम्स जितने भी साडे यूजर प्रोग्राम्स हैं, मैं एग्जांपल दे रहा, माइक्रोसॉफ्ट एक्सेल है, कोई तुसी मूवी देख रहे हो मूवी प्लेयर है, सॉन्ग सुन रहे हो तो सॉन्ग दा प्लेयर है ना। ये सारी चीज़ां मैं पीपीटी चला रहा था, पीपीटी चलाउण दा एक सॉफ्टवेयर है। तो एग्जीक्यूट यूजर प्रोग्राम नूं सब तो पहला ने काम करना ऑपरेटिंग सिस्टम। नंबर 2, कंप्यूटर नूं यूज करने लई सौखा बनाउणा, दैट इज आल्सो द वर्क ऑफ ऑपरेटिंग सिस्टम। ਹੁਣ ਜੇ ਆਪਰੇਟਿੰਗ ਸਿਸਟਮ ਨਾ ਹੋਵੇ, ਫॉर ਐਗਜ਼ਾਮਪਲ ਤੁਹਾਡੇ ਸਿਸਟਮ 'ਚ ਐਂਡਰੋਇਡ ਨਾ ਹੋਵੇ, ਤੁਸੀਂ ਇਹਨੇ 32 GB ਰੈਮ ਤੇ 118 ਮੈਗਾਪਿਕਸਲ ਕੈਮਰਾ, ਉਸ ਨੂੰ ਕੀ ਕਰੋਗੇ ਜੇ ਤੁਹਾਡੇ ਕੋਲ ਸਿਸਟਮ ਹੀ ਹੈ ਨਹੀਂ ਉਹ ਚੀਜ਼ਾਂ ਨੂੰ ਯੂਜ਼ ਕਰਨ। ਕੈਮਰਾ ਇੱਕ ਐਪ ਹੈ, ਬਟ ਕੈਮਰੇ ਦੀ ਐਪ ਨੂੰ ਚਲਾਉਣ ਲਈ ਤੁਹਾਡੇ ਕੋਲ ਆਪਰੇਟਿੰਗ ਸਿਸਟਮ ਹੀ ਹੈ ਨਹੀਂ। ਫਿਰ ਉਸ ਹਾਰਡਵੇਅਰ ਨੂੰ, ਉਸ ਸਿਸਟਮ ਨੂੰ ਯੂਜ਼ ਕਰਨ ਲਈ ਕਨਵੀਨੀਅੰਟ ਬਣਾਉਣਾ। ਤੀਸਰਾ, उस हार्डवेयर ਨੂੰ efficiently यूज करना। efficient क्यों यूज करना? why you need efficient use of a system? किसी भी तरह का ऑपरेटिंग सिस्टम, why you need a efficient use? Number 1, nowadays we do multitasking or multi-programming। multitasking ਕੀ ਹੈ? ਤੁਸੀਂ ਕਦੀ ਵੀ ਤੁਸੀਂ ਸੋਚੋ, ਤੁਸੀਂ ਜੇ ਐਂਡਰੋਇਡ ਫੋਨ ਜਾਂ ਐਪਲ ਦਾ ਫੋਨ ਯੂਜ਼ ਕਰ ਰਹੇ ਹੋ, ਐਟ ਅ ਟਾਈਮ ਇੱਕ ਕੰਮ ਨਹੀਂ ਕਰ ਰਹੇ। ਫॉर एग्जांपल ਤੁਸੀਂ ਫੇਸਬੁੱਕ ਖੋਲਿਆ ਹੋਇਆ, खोलते खोलते तुम्हें याद आ गया, नहीं यार चल यूट्यूब से शॉर्ट्स भी देख ली, चलो शॉर्ट्स देखने लग गए। भाई करते करते उसी यार मैं OLX से कल एक कोई अपना प्रोडक्ट बेचने लाया सी, देखा उस कोई गाहक आया कि नहीं। तुसी एप्लीकेशन शिफ्ट कर रहे हो पर बैकग्राउंड तो एप्लीकेशन चल रही हैं, वो स्लो हो गई, ठंडियां पै गई, जी लेटेस्ट होके आ गई, तुसी उससे काम करना शुरू कर दिया। सो इसलिए हार्डवेयर है, रैम तो जी ਉਹੀ ਲੱਗ ਰਹੀ है ना, ਤੁਹਾਡਾ ਪ੍ਰੋਸੈਸਰ ਦਾ ਯੂਜ਼ ਹੋ ਰਿਹਾ ਨਾ, ਤਾਂ ਇਸ ਕਰਕੇ ਐਫੀਸ਼ੀਐਂਟ ਯੂਜ਼ ਕਰਨਾ ਆਪਰੇਟਿੰਗ ਸਿਸਟਮ ਮੇਨ ਕੰਮ ਵੀ, ਤਾਂ ਕਿ ਜਿੰਨੇ ਤੁਸੀਂ ਪ੍ਰੋਸੈਸ ਚਲਾਓ ਉਹ ਸਾਰੇ ਪੈਰਲਲ ਚੱਲ ਜਾਣ, ਰੁਕੇ ਨਾ ਕੋਈ। ਠੀਕ, ਤੁਸੀਂ ਕੰਪਿਊਟਰ ਯੂਜ਼ ਕਰ ਰਹੇ ਹੋ, ਤੁਸੀਂ ਵੈਬਸਾਈਟ ਵੀ ਨਾਲ ਚਲਾ ਰਹੇ ਹੋ, ਨਾਲ ਤੁਸੀਂ MP3 ਕੋਈ ਤੁਹਾਨੂੰ ਗਾਣਾ ਪਸੰਦ ਆ ਗਿਆ YouTube ਦਾ ਉਹ ਵੀ ਡਾਊਨਲੋਡ ਕਰੀ ਜਾ ਰਹੇ ਹੋ, ਨਾਲ ਐਕਸਲ ਵੀ ਖੋਲੀ ਹੋਈ ਆ, ਤੁਸੀਂ ਕੰਮ ਵੀ ਕਰੀ ਜਾ ਰਹੇ ਹੋ ਆਪਣੇ ਅਕਾਊਂਟਸ ਦਾ। ਸੋ ਬਹੁਤ ਸਾਰੇ ਕੰਮ ਅੱਜ ਕੱਲ੍ਹ ਤੁਸੀਂ ਪੈਰਲਲ ਹੀ ਕਰਦੇ ਹੋ, ਤੇ ਉਸ ਚੀਜ਼ ਨੂੰ ਹਾਰਡਵੇਅਰ ਨੂੰ ਐਫੀਸ਼ੀਐਂਟਲੀ ਯੂਜ਼ ਕਰਨਾ ਇੱਕ ਆਪਰੇਟਿੰਗ ਸਿਸਟਮ ਦਾ ਕੰਮ। स्ट्रक्चर ऑफ ऑपरेटिंग सिस्टम की है यूजर, एप्लीकेशन, ऑपरेटिंग सिस्टम एंड हार्डवेयर, ये स्ट्रक्चर है। यूजर मतलब मैं, जरा बंदा यूज कर रहा है। यूजर विल डील विद द एप्लीकेशन। ਤੁਹਾਡੇ ਸਾਹਮਣੇ ਪੀਪੀਟੀ ਚੱਲ ਰਹੀ ਹੈ, आई एम डीलिंग विद द PowerPoint presentation, फाइन। ਇਹ ਜਿਹੜੀ ਐਪਲੀਕੇਸ਼ਨ ਹੈ, that is dealing with the operating system ਜਿਹੜਾ ਇਸ ਨੂੰ ਚਲਾ ਰਿਹਾ ਹੈ, and operating system with the hardware। लेयर्स है, ये स्ट्रक्चर है भी किस तरह काम कर रहे हैं। सब तो ऊपर मैं हाँ, दैट इज यूजर जो इसे यूज करेगा। उस बाद एप्लीकेशन जी मैं चला रहा, इट कैन बी पावरपॉइंट, इन दिस केस मैं पावरपॉइंट चला रहा, सॉन्ग हो सकता है, वेब ब्राउजर हो सकता है, एनीथिंग। एंड एप्लीकेशन सॉफ्टवेयर नीचे की आ जाता है ऑपरेटिंग सिस्टम ਜਿਹੜਾ ਇਸ ਨੂੰ ਚਲਾਉਣ ਦੀ ਮਦਦ ਕਰ ਰਿਹਾ। ਐਪਲੀਕੇਸ਼ਨ ਤੇ ਆਪਰੇਟਿੰਗ ਸਿਸਟਮ ਨਾ ਹੋਵੇ, ਮੈਂ ਯੂਜ਼ ਨਾ ਕਰ ਸਕਾਂ ਐਪਲੀਕੇਸ਼ਨ, ਮੈਂ ਪੀਪੀਟੀ ਚਲਾਵਾਂਗਾ ਕਿੱਥੇ? If there is no operating system in the machine, where do I play my PPT? And with operating system ਤੇ ਥੱਲੇ ਕੀ ਹੈ? Operating system ਕਿਹਨੂੰ efficiently use ਕਰ ਰਿਹਾ ਹੈ? Operating system is using efficiently the hardware of your system। वो चाहे RAM है, वो चाहे प्रोसेसर है, चाहे मेमोरी है, ਇਹਨਾਂ ਸਾਰਿਆਂ ਨੂੰ efficiently use ਕਰ ਰਿਹਾ ਹੈ। ਹੁਣ ਇਹ ਇਸ PPT 'ਚ ਮੈਂ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਕੰਪਿਊਟਰ ਸਿਸਟਮ ਦਾ ਹੈ, it is into different layers। हर उपरली लेयर थल्लेली लेयर नाल इंटरैक्ट कर रही है। आई हुण कहंदा भी जेकर असी नवी हार्डवेयर डिवाइस कोई इस ते ला लेंदे आ, हुण तुहानूं कोई लोड़ नहीं है किसी भी एप्लीकेशन चेंज करन दी, पर असी ऑपरेटिंग सिस्टम विच कुछ चेंजेस करांगे उस डिवाइस नूं यूज करन लई। फॉर एग्जांपल ਤੁਸੀਂ ਮੈਂ ਕੰਮ ਕਰ ਰਿਹਾ ਸੀ, ਮੈਂ ਹੈਡਫੋਨ ਲਾਣੇ ਆ, ਹੈਡਫੋਨ ਦੀ ਤਾਰਾਂ ਸਿਸਟਮ 'ਚ ਪਾਵਾਂਗਾ। ਹੁਣ ਉਸ ਦਾ ਕੀ ਹੈ, ਐਪਲੀਕੇਸ਼ਨ ਦਾ ਕੋਈ ਲੈਣਾ ਦੇਣਾ ਨਹੀਂ, ਪਰ ਆਪਰੇਟਿੰਗ ਸਿਸਟਮ ਉਸ ਨੂੰ ਚੈੱਕ ਤਾਂ ਕਰੇਗਾ ਨਾ। ਜਦੋਂ ਤੁਸੀਂ ਤਾਰ ਲਾਈ ਤਾਂ ਆਪਰੇਟਿੰਗ ਚੈੱਕ ਕਰੇਗਾ, ਅੱਛਾ ਨਵਾਂ ਡਿਵਾਈਸ ਕੋਈ ਪਲੱਗ ਇਨ ਹੋ ਗਿਆ, ਚਾਹੇ ਉਹ ਪੈਨ ਡਰਾਈਵ ਹੀ ਹੈ। ਤੁਸੀਂ ਪੈਨ ਡਰਾਈਵ ਲਾਈ, ਆਪਰੇਟਿੰਗ ਸਿਸਟਮ ਵਿਲ ਚੈੱਕ ਵੀ ਕਿਹੜੀ ਡਰਾਈਵ, ਕਿਹੜੀ ਚੀਜ਼ ਇੰਸਟਾਲ ਹੋ ਗਈ, ਕਿਹੜੀ ਚੀਜ਼ ਇੰਸਟਾਲ ਇਸ ਵਿੱਚ ਆਈ ਹੈ, ਉਹਨੂੰ ਚੈੱਕ ਕਰੋ ਜਦੋਂ ਚਲਾਓ।
ਇਫ ਯੂ ਵਾਂਟ ਟੂ ਇੰਸਟਾਲ ਅ ਨਿਊ ਸੌਫਟਵੇਅਰ, ਜੇ ਕੋਈ ਸੌਫਟਵੇਅਰ ਕਹਿਣਾ ਤਾਂ ਅਸੀਂ ਹਾਰਡਵੇਅਰ ਦੀ ਕੋਈ ਚੇਂਜ ਦੀ ਲੋੜ ਨਹੀਂ, ਜੋ ਹਾਰਡਵੇਅਰ ਹੈ ਇਹੀ ਹੈ, ਬਸ ਆਪਰੇਟਿੰਗ ਸਿਸਟਮ ਦੇ ਕੰਪੈਟੀਬਲ ਹੋਣਾ ਚਾਹੀਦਾ ਉਹ, ਠੀਕ। ਸਪੋਜ਼ ਤੁਸੀਂ ਵਿੰਡੋ ਆਪਰੇਟਿੰਗ ਸਿਸਟਮ ਯੂਜ਼ ਕਰ ਰਹੇ ਹੋ, ਠੀਕ ਹੈ, ਹੁਣ ਮੈਂ ਉਹੀ ਸੌਫਟਵੇਅਰ ਯੂਜ਼ ਕਰਾਂਗਾ ਜਿਹੜੇ ਵਿੰਡੋਜ਼ ਆਪਰੇਟਿੰਗ ਸਿਸਟਮ ਸਪੋਰਟ ਕਰਦੇ, ਜਿਹੜੇ EXE ਫਾਈਲਸ ਨੂੰ ਸਪੋਰਟ ਕਰਦੇ, ਮੈਂ ਉਹੀ ਸੌਫਟਵੇਅਰ ਪਾਵਾਂਗਾ ਨਾ। That means if you install a new software, you don't have to change anything in the hardware, but application must support the operating system. Fine. So if you change the operating system, ਜੇ ਤੁਸੀਂ operating system change ਕਰਨਾ, ਫਿਰ ਤੁਸੀਂ ਇਹ ਦੇਖਣਾ ਵੀ ਮੇਰਾ ਹਾਰਡਵੇਅਰ ਉਸਦੇ ਕੰਪੈਟੀਬਲ ਹੈ ਕਿ ਨਹੀਂ, ਇਹ ਵੀ ਬਹੁਤ ਇਫੈਕਟ ਪੈਂਦਾ। ਹਾਲਾਂਕਿ ਅੱਜ ਕੱਲ੍ਹ ਸਾਰੇ, ਪਰ ਕੁਝ ਸਮਾਂ ਪਹਿਲਾਂ ਅਸੀਂ ਹਾਰਡਵੇਅਰ ਦੀ ਕੰਪੈਟੀਬਿਲਿਟੀ operating system ਦੇਖਦੇ ਸੀ। ਜੇ ਤੁਸੀਂ operating system change ਕਰਨਾ ਹੈ, you have to check whether the software operating system that you are loading into your system is compatible with your hardware or not, ठीक। आर्किटेक्चर ਦੀ ਇੱਕ ਬੇਸਿਕ ਡਾਇਗਰਾਮ ਹੈ ਵੀ ਜਿਹੜਾ ਤੁਹਾਡੇ ਇੰਟਰਨਲ ਪਾਰਟ ਹੈ, ਮੈਂ ਥਿਓਰੈਟੀਕਲ ਤੋਂ ਇੱਕ ਵਾਰ ਸ਼ੁਰੂ ਕਰਦਾ, ਤੁਹਾਨੂੰ ਜ਼ਿਆਦਾ ਸਮਝ ਆ ਜਾਏਗਾ। The first thing that comes into my mind when I talk about the computer system architecture is a central processing unit. From its name, it is the central unit that is used to process the data. It is called the brain of the computer. ठीक, इसका सारा काम की है अर्थमेटिक एंड लॉजिक जितने भी ऑपरेशंस हैं जिहड़े सारे इन्हें करने हैं। नंबर 2, जॉब स्केड्यूलिंग करनी है। जॉब स्केड्यूलिंग मतलब तुसी एट अ टाइम 4 आइटमां चला रहे हो, सिस्टम कभी भी पैरेलल च काम नहीं करता, वो सीक्वेंशियल च काम कर रहा है। जिहड़े असीं अपने जिहड़े साडे कोल होम बेस ऑपरेटिंग सिस्टम हैगे हैं, तां ਉਹ ऑपरेटिंग सिस्टम जॉब ਨੂੰ ਸਕੈਡਿਊਲ ਇਸ ਤਰ੍ਹਾਂ ਕਰਦਾ ਹੈ ਵੀ ਉਹ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਤੀਜੀ ਤੋਂ ਬਾਅਦ ਚੌਥੀ ਰਨ ਕਰ ਰਿਹਾ ਹੈ। ਇਟ ਇਜ਼ ਰਨਿੰਗ ਜੌਬ ਇਨ ਸੀਕੁਐਂਸ, ਬਟ ਇੰਨੀ ਫਾਸਟ ਹੋ ਰਹੀ ਹੈ ਵੀ ਤੁਹਾਨੂੰ ਲੱਗਦਾ ਵੀ ਸਾਰੀ ਚੀਜ਼ਾਂ ਪੈਰਲਲ ਚੱਲ ਰਹੀਆਂ, ਬਟ ਐਸਾ ਹੈ ਨਹੀਂ। ਸਿੰਪਲ ਦੇ ਸਿੰਪਲੈਸਟ ਆਪਰੇਟਿੰਗ ਸਿਸਟਮ ਵਿੱਚ ਇਹ ਪੈਰਲਲ ਚ ਕਰ ਪਾਉਂਦੀ ਹੈ। Second thing is random access memory, जिसको ਤੁਸੀਂ RAM भी कहते हो। By default, if I am using the term memory, it means random access memory. ठीक, this is the disk in which the temporary data is stored. For example, ਤੁਸੀਂ ਜਿੰਨਾ ਵੀ daily ਕੰਮ ਕਰਦੇ ਹੋ, until or unless you save that data, saving that data means saving into your permanent storage. ਜਿਹੜਾ ਡੇਟਾ ਸੇਵ ਤੋਂ ਪਹਿਲਾਂ ਰਨ ਹੋ ਰਿਹਾ ਹੈ, ਇੰਟਰਮੀਡੀਏਟ ਡੇਟਾ ਹੈ, ਜਾਂ ਡੇਟਾ ਸੇਵ ਨਹੀਂ ਕੀਤਾ, ਉਹ ਸਾਰਾ ਰੈਮ 'ਚ। ਮੈਂ ਬਹੁਤ ਸਿੰਪਲ ਜਿਹੀ ਐਗਜ਼ਾਮਪਲ ਨਾਲ ਤੁਸੀਂ ਰਿਲੇਟ ਸ਼ਾਇਦ ਕਰੋਗੇ। ਤੁਸੀਂ ਕਈ ਵਾਰ ਸਪੋਜ਼ ਮੈਂ ਕੰਪਿਊਟਰ ਤੇ ਕੰਮ ਕਰ ਰਿਹਾ, ਆਈ ਓਪਨ ਆਫਿਸ ਐਂਡ ਆਈ ਐਮ ਟਾਈਪਿੰਗ ਸਮਥਿੰਗ, ਅਚਾਨਕ ਲਾਈਟ ਚਲੀ ਗਈ। ਜੇ ਤੁਹਾਡਾ UPS ਨਹੀਂ ਉੜ ਗਿਆ, ਡੇਟਾ ਖਤਮ, ਮੁੜ ਕੇ ਫਾਈਲ ਆਏਗੀ, ਬਿਕਾਜ਼ ਯੂ ਆਰ ਵਰਕਿੰਗ ਇਨ ਦ ਰੈਂਡਮ ਅਸੈਸ ਮੈਮਰੀ। ਇਟ ਇਜ਼ ਅ ਟੈਂਪਰੇਰੀ ਸਟੋਰੇਜ, ਜਿਹੜੀ ਉਦੋਂ ਤੱਕ ਹੀ ਕੰਮ ਕਰੇਗੀ ਜਦ ਤੱਕ ਉਸਨੂੰ ਇਲੈਕਟ੍ਰਿਸਿਟੀ ਦੀ ਸਪਲਾਈ ਹੈ। But if you have saved that file into your storage, that means उसे बैकअप ले लिया, उसको उसी secondary device से store कर बैठे हो, वो तो जब मर्जी खोल लो, ठीक। That means all information instruction that are currently being used are stored in the RAM. Information ते current software code हो गया, program हो गया, कुछ भी है जो चल रहा है currently, सिर्फ operating system नहीं चल रहा है, operating system support करने लिए ही बहुत सारे और code चल रहे हैं। ਜੇ ਤੁਸੀਂ ਕਦੇ ਟਾਸਕ ਪੈਨ ਤੇ ਗਏ ਹੋਗੇ, ਆਪਾਂ ਜੇ ਅਸੀਂ ਤੁਹਾਡੇ ਸਿਸਟਮ ਤੇ ਆਲਟ ਕੰਟਰੋਲ ਡਿਲੀਟ ਕਰਕੇ ਨਾ ਤੁਹਾਡੇ ਕੋਲ ਡਾਇਲੌਗ ਬਾਕਸ ਖੁੱਲੇਗਾ, ਉਹ ਤੁਸੀਂ ਟਾਸਕ ਪੈਨ ਦੇਖਿਓ ਤੇ ਜਿੰਨੇ ਵੀ ਕਰੰਟ ਤੁਹਾਡੇ ਟਾਸਕ ਚੱਲ ਰਹੇ ਆ, ਜੋ ਤੁਹਾਡੇ ਸਿਸਟਮ ਚੱਲ ਰਿਹਾ, ਸਾਰੇ ਲਿਸਟ ਹੋ ਜਾਣਗੇ। ਯੂ ਕੈਨ ਫਾਈਂਡ ਆਊਟ ਹਾਊ ਮੈਨੀ ਟਾਸਕ ਆਰ ਬੀਨ ਰਨਿੰਗ ਇਨ ਦ ਬੈਕਗਰਾਉਂਡ। ਤੁਹਾਨੂੰ ਕੁਝ ਨਹੀਂ ਦਿਖ ਰਿਹਾ, ਬਟ ਦੇ ਆਰ ਰਨਿੰਗ ਐਕਚੁਅਲੀ ਇਨ ਦ ਬੈਕਗਰਾਉਂਡ, ਠੀਕ। ਨਾਓ ਜਿਹੜੀ ਰੈਮ ਚਿਪ ਹੈ, ਇਟ ਹੈਜ਼ ਹੁਣ ਡੇਟਾ ਸਟੋਰ ਕਿਵੇਂ ਕਰਨਾ ਇਸ ਤੇ, how you are going to store. This is a separate task of memory management, but मैं थोड़ा जिहा इत्थे इसनूं लैके आ रहा। जिहड़ा RAM है, इस विच बहुत सारे एड्रेसेस स्पेसिस हैं, जिन्होंने एड्रेसेस नाल डिफाइन किया हुआ, ठीक। ईच एड्रेस, जिहड़ा कोई भी एड्रेस है, उसका एक ही नाम है ते उसदे एक सेम साइज है, सेम साइज दे चंक्स हैं जिन्हां नाम देता, लाइक योर होम एड्रेस। जे तुसीं फॉर एग्जांपल तुसीं कॉलोनी च रह रहे हो, ਤੁਸੀਂ ਕਹਿ ਰਹੇ ਹੋ ਵੀ ਇਹ ਸਾਰੇ ਦੇ ਸਾਰੇ ਜਿਹੜੇ ਜੇ ਪਲਾਟ ਹੈ 200 ਗਜ਼ ਦੇ ਹੈ, ਤੇ ਹਰ ਇੱਕ ਨੂੰ ਘਰ ਨੰਬਰ 50 ਤੋਂ ਲੈ ਕੇ 100 ਤੱਕ ਨੰਬਰ ਹੀ ਕਰਤੀ ਹੈ।
दिस इज व्हाट रैम इज। अ कंटीन्यूअस चंक है जिसਨੂੰ ਅਸੀਂ ਹਿੱਸਿਆਂ 'ਚ ਬਰਾਬਰ ਦੇ ਵੰਡਤਾ ਐਂਡ ਈਚ ਬਲੌਕ ਹੈਜ਼ ਇਟਸ ਨੇਮ। Now, how data is being stored and retrieved? इसे बहुत सारे तरीके हैं एंड ये तरीके ऑपरेटिंग सिस्टम डिसाइड करता है कि केड़ा यूज करना। ये डिटेल ਅਸੀਂ ਅੱਗੇ ਪੜਾਂਗੇ। ਬਹੁਤ ਤਰ੍ਹਾਂ ਦੇ ਤਰੀਕੇ हैं how data is being stored and retrieved। ठीक, डिवाइस ड्राइवर्स ਜਿਹੜੇ ਹੈਗੇ ਆ ਉਹ ਆਪਰੇਟਿੰਗ ਸਿਸਟਮ ਵਿੱਚ ਹੀ ਮੌਜੂਦ ਹੈ, ਤੁਹਾਨੂੰ ਦੁਬਾਰਾ ਤੋਂ ਇੰਸਟਾਲ ਕਰਨ ਦੀ ਲੋੜ। ਹੁਣ ਇੱਕ ਹੋਰ ਚੀਜ਼ ਇੱਥੇ ਮੈਂ ਤੁਹਾਡੇ ਕਨਸੈਪਟ ਥੋੜਾ ਦੱਸਾਂ। Whatsoever devices that are being attached in your CPU, चाहे वो peripheral devices हैं, चाहे inside the CPU हैं, each device need a driver to attach with the operating system. For example, मैं ये कह रहा हूँ भी जितने भी devices हैं, either inside the CPU or outside the CPU जो attach होंगे, need a driver। कोई तो driver चाहिए चलाने लिए, बिना driver तो वो चल नहीं सकता। ਮੋਸਟਲੀ ਅੱਜ ਤੋਂ ਜੇ ਅਸੀਂ ਇਫ ਯੂ ਟਾਕ ਅਬਾਊਟ 10 to 15 years back, majority of drivers ਸਾਨੂੰ ਬਾਅਦ ਚ ਇੰਸਟਾਲ ਕਰਨੇ ਪੈਂਦੇ ਸੀ। ਵਿੰਡੋਜ਼ ਨਾਲ ਬਹੁਤ ਬੇਸਿਕ ਡਰਾਈਵਰਸ ਹੁੰਦੇ ਸੀ। Nowadays we have a concept of plug and play. You plug a device, driver is already available with the Windows or operating system in general, and ਉਹ ਆਪਣੇ ਆਪ ਹੀ ਉਸਨੂੰ ਇੰਸਟਾਲ ਕਰੇਗਾ, ਤੁਹਾਡੀ ਡਿਵਾਈਸ ਚਲਦੀ ਹੋ ਜਾਏਗੀ। ਠੀਕ, ਸੋ now operating system jada mode hai, there are two modes in which a system work, kernel mode and a user mode। kernel mode yani ki operating system da jada mode hai, user mode jo main use kar raha hu। fine, the user mode is what is user mode? User mode is a concern, basically is a interface between a user and a system, usko user mode keh rahe hain, client mode keh rahe hain। ਜਿਹੜਾ वो कुछ नहीं है, सिर्फ एक इंटरफेस है, एक इंटरफेस है जो यूजर ਨੂੰ ਹਾਰਡਵੇਅਰ ਨਾਲ ਕਨੈਕਟ ਕਰੇਗਾ। ਠੀਕ, ਹੁਣ ਦਾ ਕੰਮ ਕੀ ਹੈ? all the items that are being run in the system currently is being handled by your operating system। now what is kernel mode? everything that is running in the background is a kernel। ठीक, everything ਜੋ ਤੁਹਾਡੀ ਸਕਰੀਨ ਤੇ ਨਹੀਂ ਦਿਖ ਰਿਹਾ, ਤੁਹਾਡੀ ਸਕਰੀਨ ਦੀ ਬੈਕ ਸਾਈਡ ਤੇ ਸਿਸਟਮ ਸਕਰੀਨ ਤੇ ਡਾਟਾ ਦਿਖਾਉਣ ਲਈ ਜੋ ਪਿੱਛੇ ਕੰਮ ਕਰ ਰਿਹਾ, that is a kernel। ਹੁਣ ਇਸ ਵਿੱਚ ਹੈ ਕੀ? it include schedulers, memory management, input output device management, file management, security ਹੈ, graphic system ਹੈ। ਤੁਸੀਂ PPT ਦੇਖ ਰਹੇ ਹੋ, ਬਹੁਤ ਸੋਹਣੀ ਗ੍ਰਾਫਿਕਸ ਆ ਰਹੀ ਹੈ। no, it is also the work of operating system। ਆਪਣੇ ਆਪ ਨਹੀਂ ਗ੍ਰਾਫਿਕਸ ਬਣ ਕੇ ਆ ਗਏ, ਇਸਦਾ ਕੰਮ ਬੈਕਗ੍ਰਾਉਂਡ ਤੇ ਚੱਲ ਰਿਹਾ। You are listening to my voice, that means some device is running in the background which is recording my sound, है ना? memory management, RAM है, how much RAM is needed to run operating system and to run this application, because RAM ਦੇ ਵਿੱਚ ਹੀ ਆਪਣਾ operating system ਪਿਆ, operating system ਵੀ RAM ਵਿੱਚ ਹੈ, PPT ਵੀ RAM ਵਿੱਚ है, but you have to ਬਾਈਫਰਕੇਟ ਨਾ ਵੀ ਇਹ ਹਿੱਸਾ ਮੇਰਾ ਆਪਰੇਟਿੰਗ ਸਿਸਟਮ ਦਾ ਹੈ, ਇਹ ਮੇਰਾ ਹਿੱਸਾ ਹੈ ਐਪਲੀਕੇਸ਼ਨ ਦਾ। ਉਹਨਾਂ ਚੋਂ ਇੱਕ ਐਪਲੀਕੇਸ਼ਨ ਜਿਹੜੀ ਕਰੰਟਲੀ ਬੀਇੰਗ ਰਨ ਹੋ ਰਹੀ ਹੈ, that is a PPT। ਸਕੇਡਿਊਲਰ, ਸਕੇਡਿਊਲ ਮਤਲਬ ਹਾਊ ਥਿੰਗਸ ਵਿਲ ਰਨ, ਫਰਸਟ, ਸੈਕਿੰਡ, ਥਰਡ, ਫੋਰਥ, ਸਕੇਡਿਊਲਿੰਗ ਕਿਵੇਂ ਹੋਏਗੀ। ਇਹਨਾਂ ਸਾਰਿਆਂ ਦੇ ਥੱਲੇ ਜਿਹੜੇ ਮੈਮਰੀ ਮੈਨੇਜਮੈਂਟ, ਇਹ ਸਾਰੇ ਮੈਨੇਜਮੈਂਟ ਸਿਸਟਮ ਥੱਲੇ ਕੀ ਹੈ? the hardware। fine, so this is the diagram of your operating system mode। ਹੁਣ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਸਭ ਤੋਂ ਲਾਸਟ ਵਿੱਚ ਡਿਸਕਸ ਕਰਨਾ, that is system calls। system call basically ਕੀ ਹੈ? ਜਦੋਂ ਤੁਸੀਂ ਕੋਈ ਵੀ ਐਕਟੀਵਿਟੀ ਪਰਫਾਰਮ ਕਰਦੇ ਹੋ, ਫॉर ਮੈਂ ਜਸਟ ਇੱਕ ਐਗਜ਼ਾਮਪਲ ਦਿੰਦਾ, you are typing something and you press enter to do something, that is a call to system to do something। यानी कि system call ਕੀ ਹੈ? It's change from user mode to kernel mode। ਚੀਜ਼ਾਂ ਨੂੰ user mode to kernel mode shift ਕਰਦੀ ਹੈ, ਦੱਸਦੀਆਂ ਸਿਸਟਮ ਨੂੰ ਇਹ ਕੰਮ ਕਰਨਾ। print ਦੀ ਕਮਾਂਡ ਦਿੱਤੀ ਹੈ system call to tell the operating system that ਇਹ ਚੀਜ਼ ਪ੍ਰਿੰਟਰ ਤੋਂ ਪ੍ਰਿੰਟ ਕਰਵਾ ਕੇ ਦੋ, user mode to kernel।